ਹੈਲੋ ਬੱਚੋ, ਤੁਸੀਂ ਸਾਰੇ ਕਿਵੇਂ ਹੋ? ਹਾਂਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਬੱਚੇ, ਤੁਸੀਂ ਸਾਰੇ ਠੀਕ ਹੋ? ਹਾਂ, ਆਪਣੇ ਘਰ 'ਚ ਹੀ ਰਹਿਣਾ, ਆਪਣੀ ਸੇਫਟੀ ਖੁਦ ਹੀ ਕਰਨਾ ਤੇ ਆਪਦੇ ਪਰਿਵਾਰ ਦੀ ਵੀ। ਜੇ ਅਸੀਂ ਆਪਦੇ ਪਰਿਵਾਰ ਦੀ ਸੇਫਟੀ ਆਪਦੀ ਸੇਫਟੀ ਕਰਾਂਗੇ ਤਾਂ ਸਾਡੇ ਸਮਾਜ ਦੀ ਸੇਫਟੀ ਹੋਏਗੀ, ਸਮਾਜ ਦੀ ਕਰਾਂਗੇ ਤਾਂ ਸਾਡੀ ਦੇਸ਼ ਦੀ ਸੇਫਟੀ ਹੋਏਗੀ। ਹਾਂਜੀ ਬੱਚੇ, ਆਪਦਾ ਧਿਆਨ ਰੱਖਣਾ। ਤੇ ਇਹ ਸਾਡੀ ਦੂਸਰੀ ਬੁੱਕ ਹੈ, ਮੈਂ ਪੰਜਾਬੀ ਦੀ ਗੱਲ ਤੇ ਆ ਰਹੀ ਹਾਂ। ਇਹ ਸਾਡੀ ਦੂਸਰੀ ਬੁੱਕ ਹੈ 10th ਕਲਾਸ ਦੀ ਪੰਜਾਬੀ ਦੀ, ਸਾਹਿਤਕ ਰੰਗ 2। ਜਿਹੜਾ ਅਸੀਂ 9th 'ਚ ਪੜ੍ਹਿਆ ਸੀ ਉਹ ਸਾਹਿਤਕ ਰੰਗ ਪਾਰਟ 1 ਸੀਗਾ। ਹਾਂਜੀ ਬੱਚੇ, ਜਿਹੜੀ ਫਰਾਈਡੇ ਦੀ ਵੀਡੀਓ ਸੀ ਉਹ ਇੱਕ ਬੁੱਕ ਦੇ ਵਿੱਚ ਗਲਤ ਚੈਪਟਰ 9th ਦਾ ਆ ਗਿਆ ਸੀ, ਜਿਹੜਾ ਮੈਂ ਰੀਡ ਕਰ ਬੈਠੀ। ਐਸੇ ਵਾਸਤੇ ਉਹਨੂੰ ਭੁੱਲ ਜਾਇਓ। ਇਹ ਜਿਹੜਾ ਚੈਪਟਰ ਹੈ ਇਹ ਤੁਹਾਡਾ ਸਾਹਿਤਕ ਰੰਗ ਪਾਰਟ 2 ਦਾ ਪਹਿਲਾ ਚੈਪਟਰ ਮੈਂ ਪੜ੍ਹਨ ਜਾ ਰਹੀ ਹਾਂ। ਤੁਸੀਂ ਮੇਰੇ ਨਾਲ ਨਾਲ ਪੜ੍ਹੋਗੇ, ਮੇਰੇ ਨਾਲ ਧਿਆਨ ਨਾਲ ਸੁਣੋਗੇ ਕਿ ਸਟੋਰੀ ਕੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਪੰਜਾਬੀ ਦੀ ਅਸੀਂ ਇੱਕ ਵਾਰੀ ਸਟੋਰੀ ਵੀ ਸਮਝ ਲੈਂਦੇ ਹਾਂ, ਉਦੋਂ ਬਾਅਦ ਅਸੀਂ ਆਪਣੇ ਆਪ ਕੁਐਸਚਨਸ ਬਣਾ ਲੈਂਦੇ ਹਾਂ, ਚਾਹੇ ਉਹ ਵਨ ਵਰਡ ਹੋਣ ਤੇ ਚਾਹੇ ਉਹ ਕਦਰਾਂ ਕੀਮਤਾਂ ਵਾਲੇ ਕੁਐਸਚਨਸ ਹੋਣ। ਤਾਂ ਹਾਂਜੀ ਬੱਚੇ, ਧਿਆਨ ਨਾਲ ਸੁਣਿਓ ਕਿ ਕਹਾਣੀ ਕੀ ਹੈ। ਬਹੁਤ ਸੋਹਣੀਆਂ ਸੋਹਣੀਆਂ ਕਹਾਣੀਆਂ ਤੁਹਾਡੇ ਇਹਦੇ ਵਿੱਚ 10th ਦੀ ਬੁੱਕ ਦੇ ਵਿੱਚ। ਤੇ ਹੁਣ ਮੈਂ ਸਟਾਰਟ ਕਰਨ ਜਾ ਰਹੀ ਹਾਂ ਤੁਹਾਡਾ ਪਹਿਲਾ ਚੈਪਟਰ ਸਾਹਿਤਕ ਰੰਗ ਦਾ, ਮੈਂ ਕਿਸੇ ਤੋਂ ਘੱਟ ਨਹੀਂ। ਹਾਂਜੀ ਬੱਚੇ, ਮੈਂ ਕਿਸੇ ਤੋਂ ਘੱਟ ਨਹੀਂ ਡਾਕਟਰ ਦਰਸ਼ਨ ਸਿੰਘ ਆਸ਼ਟ ਦੀ ਲਿਖੀ ਹੋਈ ਇਹ ਕਹਾਣੀ ਅਸੀਂ ਪੜ੍ਹਾਂਗੇ। ਰਜਨੀ ਦੀ ਉਮਰ ਹੋਵੇਗੀ ਕੋਈ 11-12 ਸਾਲ ਦੀ। ਪੋਲੀਓ ਦੀ ਬਿਮਾਰੀ ਦੇ ਕਰਕੇ ਉਸ ਦੀਆਂ ਲੱਤਾਂ ਨਕਾਰੀਆਂ ਹੋ ਚੁੱਕੀਆਂ ਸਨ, ਪਰ ਉਸ ਵਿੱਚ ਅੱਗੇ ਵਧਣ ਦਾ ਬਹੁਤ ਜਜ਼ਬਾ ਸੀ ਤੇ ਉਤਸ਼ਾਹ ਸੀ। ਕਈ ਖੇਡ ਮੁਕਾਬਲਿਆਂ ਵਿੱਚ ਉਸਨੇ ਇਨਾਮ ਜਿੱਤੇ ਸਨ। ਰਜਨੀ ਦੀ ਖਾਸੀਅਤ ਇਹ ਸੀ ਕਿ ਉਹ ਸਕੂਲੋਂ ਕਦੇ ਗੈਰ ਹਾਜ਼ਰ ਨਹੀਂ ਰਹਿੰਦੀ ਸੀ। ਕਹਿਣ ਦਾ ਮਤਲਬ ਉਹ ਕਦੇ ਐਬਸੈਂਟ ਨਹੀਂ ਰਹਿੰਦੀ ਸੀ। ਉਹ ਆਪਣੇ ਪਿੰਡੋਂ ਟਰਾਈਸਾਈਕਲ 'ਤੇ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਲਈ ਆਉਂਦੀ ਸੀ। ਟਰਾਈਸਾਈਕਲ ਮਤਲਬ 3 ਪਹੀਆਂ ਵਾਲਾ ਸਾਈਕਲ। ਕਈ ਵਾਰ ਮੌਸਮ ਖਰਾਬ ਹੋਣ ਕਰਕੇ ਮੰਮੀ ਉਸਨੂੰ ਸਕੂਲੋਂ ਛੁੱਟੀ ਕਰ ਲੈਣ ਲਈ ਆਖਦੀ ਤਾਂ ਰਜਨੀ ਅੱਗੋਂ ਆਖਦੀ, ਮੰਮੀ ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਹਾਂਜੀ ਬੱਚੇ, ਇਹਦੇ ਵਿੱਚ ਰਜਨੀ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ 11-12 ਸਾਲਾਂ ਦੀ ਕੁੜੀ ਹੈ। ਉਸਨੂੰ ਪੋਲੀਓ ਦੀ ਬਿਮਾਰੀ ਹੈ। ਪੋਲੀਓ ਦੀ ਬਿਮਾਰੀ ਦੇ ਕਾਰਨ ਉਸ ਦੀਆਂ ਲੱਤਾਂ ਨਕਾਰੀਆਂ ਹੋ ਚੁੱਕੀਆਂ ਹਨ। ਕਹਿਣ ਦਾ ਮਤਲਬ ਉਹ ਤੁਰ ਨਹੀਂ ਸਕਦੀ ਢੰਗ ਨਾਲ। ਪੋਲੀਓ ਵਾਲਾ ਬੱਚਾ ਠੀਕ ਢੰਗ ਨਾਲ ਨਹੀਂ ਤੁਰ ਸਕਦਾ, ਪਰ ਉਸ ਦੇ ਅੰਦਰ, ਚਾਹੇ ਉਹ ਤੁਰ ਨਹੀਂ ਸਕਦੀ, ਪਰ ਉਸ ਦੇ ਅੰਦਰ ਉਤਸ਼ਾਹ ਬਹੁਤ ਹੈ। ਉਸਨੇ ਖੇਡ ਮੁਕਾਬਲਿਆਂ ਵਿੱਚ ਵੀ ਕਈ ਇਨਾਮ ਜਿੱਤੇ ਹਨ। ਤੇ ਉਹਦੀ ਖਾਸੀਅਤ ਕੀ ਦੱਸੀ ਗਈ ਹੈ ਕਿ ਉਹ ਕਦੇ ਵੀ ਸਕੂਲ ਤੋਂ ਐਬਸੈਂਟ ਨਹੀਂ ਹੁੰਦੀ। ਉਹਨੂੰ ਜਿੰਨੀ ਮਰਜ਼ੀ ਉਸਦਾ ਸਕੂਲ ਦੂਰ ਹੈ ਤਾਂ ਉਸਨੇ ਸਕੂਲ ਆਪਦੇ ਟਰਾਈਸਾਈਕਲ 'ਤੇ ਜਾਣਾ ਹੀ ਜਾਣਾ ਹੈ। ਹਾਂਜੀ ਬੱਚੇ, ਇਹਦੇ ਵਿੱਚ ਮੈਂ ਕੁਐਸਚਨ ਇਹ ਵੀ ਪੁੱਛ ਸਕਦੀ ਹਾਂ ਕਿ ਉਹਦਾ ਸਕੂਲ ਕਿੰਨੀ ਦੂਰ ਹੈ ਸ਼ਹਿਰ ਤੋਂ। ਮੈਂ ਇਹ ਵੀ ਪੁੱਛ ਸਕਦੀ ਹਾਂ ਕਿ ਉਹ ਸਕੂਲ ਕਿਵੇਂ ਜਾਂਦੀ ਸੀ। ਮੈਂ ਇਹ ਵੀ ਪੁੱਛ ਸਕਦੀ ਹਾਂ ਕਿ ਉਸ ਦੀਆਂ ਲੱਤਾਂ ਨਕਾਰੀਆਂ ਕਿਉਂ ਹੋਈਆਂ। ਮੈਂ ਇਹ ਵੀ ਪੁੱਛ ਸਕਦੀ ਹਾਂ ਕਿ ਰਜਨੀ ਦੀ ਉਮਰ ਕਿੰਨੀ ਸੀ। ਐਦਾਂ ਕਰਕੇ ਛੋਟੇ ਛੋਟੇ ਵਨ ਵਰਡ ਦੇ ਬਹੁਤ ਸਾਰੇ ਕੁਐਸਚਨਸ ਬਣਦੇ ਪਏ ਹੈ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਹਰ ਜਮਾਤ ਦੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ, ਜਿਸ ਦੀ ਹਾਜ਼ਰੀ ਸਾਰੇ ਸਾਲ ਵਿੱਚ ਦੂਜਿਆਂ ਨਾਲੋਂ ਵੱਧ ਹੁੰਦੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰੀ ਹਾਜ਼ਰੀ ਕਿਸੇ ਹੋਰ ਨਾਲੋਂ ਘੱਟ ਨਾ ਹੋਵੇ। ਹਾਂਜੀ ਬੱਚੇ, ਜਿਵੇਂ ਕਿ ਤੁਹਾਡੇ ਸਕੂਲ ਦੇ ਵਿੱਚ ਵੀ ਪੂਰੀ ਪ੍ਰੈਜ਼ੈਂਟ ਦੇ ਵਿੱਚ ਤੁਹਾਨੂੰ ਇਨਾਮ ਦਿੱਤਾ ਜਾਂਦਾ ਹੈ। 100% ਜਿਹੜਾ ਪ੍ਰੈਜ਼ੈਂਟ ਹੁੰਦਾ ਹੈ ਬੱਚਾ, ਉਹਨੂੰ ਇਨਾਮ ਦਿੱਤਾ ਜਾਂਦਾ ਹੈ। ਐਦਾਂ ਹੀ ਰਜਨੀ ਦੇ ਸਕੂਲ ਦੇ ਵਿੱਚ ਵੀ ਪੂਰੀ ਹਾਜ਼ਰੀ ਹੋਣ 'ਤੇ ਇਨਾਮ ਵੰਡੇ ਜਾਂਦੇ ਸੀਗੇ, ਜਿਸ ਕਰਕੇ ਉਹ ਚਾਹੁੰਦੀ ਸੀ ਕਿ ਮੇਰਾ ਨਾਮ ਵੀ ਉਸ ਦੇ ਵਿੱਚ ਆਵੇ। ਇਸ ਲਈ ਮੈਂ ਸਕੂਲ ਜਾਵਾਂਗੀ। ਥੋੜ੍ਹਾ ਬਹੁਤ ਖਰਾਬ ਮੌਸਮ ਮੇਰਾ ਰਾਹ ਨਹੀਂ ਰੋਕ ਸਕਦਾ। ਇਹ ਸੁਣ ਕੇ ਰਜਨੀ ਦੇ ਪਾਪਾ ਕਹਿੰਦੇ, ਰਜਨੀ ਠੀਕ ਹੀ ਤਾਂ ਕਹਿ ਰਹੀ ਹੈ। ਅੱਗੋਂ ਰਜਨੀ ਮੁਸਕਰਾ ਕੇ ਅਲਵਿਦਾ ਆਖ ਟਰਾਈਸਾਈਕਲ 'ਤੇ ਸਕੂਲੇ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਘਾਹ ਕਾਫੀ ਵੱਡਾ ਹੋ ਗਿਆ ਸੀ। ਸਕੂਲ ਦਾ ਮਾਲੀ ਮੋਹਨ ਕਈ ਦਿਨਾਂ ਤੋਂ ਬਿਮਾਰ ਸੀ, ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਬੰਦੋਬਸਤ ਨਹੀਂ ਹੋ ਸਕਿਆ।
ਰਜਨੀ ਦੀ ਜਮਾਤ ਦੇ ਕਮਰੇ ਦੇ ਪਿਛਲੇ ਪਾਸੇ ਵੀ ਕਾਫੀ ਘਾਹ ਹੋ ਗਿਆ ਸੀ। ਕਈ ਵਾਰ ਰਜਨੀ ਦੇ ਇੰਚਾਰਜ ਅਧਿਆਪਕ ਸ਼੍ਰੀ ਮੋਹਨ ਲਾਲ ਜੀ ਆਖ ਚੁੱਕੇ ਸਨ ਕਿ ਵੱਡਾ ਹੋ ਚੁੱਕਿਆ ਘਾਹ ਕਟਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਵਿੱਚ ਕੋਈ ਜ਼ਹਿਰੀਲਾ ਜੀਵ ਵੀ ਤਾਂ ਹੋ ਸਕਦਾ ਹੈ। ਤੇ ਉਹੀ ਹੋਇਆ ਜਿਸ ਦਾ ਸ਼੍ਰੀ ਮੋਹਨ ਲਾਲ ਜੀ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਖੇਡ ਰਹੇ ਸਨ। ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਆਪਣੇ ਕਮਰੇ ਵੱਲ ਦੌੜੇ ਤੇ ਆਪਣੇ ਕਮਰੇ ਵਿੱਚ ਆ ਕੇ ਬਹਿਣ ਲੱਗੇ। ਅਧਿਆਪਕ ਜੀ ਦੀ ਉਡੀਕ ਹੋਣ ਲੱਗੀ। ਚਾਣਚੱਕ ਹੀ ਜਮਾਤ ਵਿੱਚ ਪਿੱਛੇ ਬੈਠੇ ਰਾਹੁਲ ਦੀ ਨਜ਼ਰ ਆਪਣੇ ਬੈਂਚ ਦੇ ਇੱਕ ਲੱਤ ਨਾਲ ਲਿਪਟੇ ਹੋਏ ਸੱਪ ਉੱਤੇ ਜਾ ਪਈ ਤਾਂ ਉਹ ਇੱਕਦਮ ਘਾਬਰ ਗਿਆ। ਉਸਨੇ ਰੌਲਾ ਪਾ ਦਿੱਤਾ, ਸੱਪ ਸੱਪ। ਪਲਾਂ ਛਿਨਾਂ ਵਿੱਚ ਹੀ ਜਮਾਤ ਵਿੱਚ ਹਾਹਾਕਾਰ ਮਚ ਗਈ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਭੱਜਣ ਲੱਗੇ। ਉਹ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਇਹ ਕਿਸ ਕਰਕੇ ਆਇਆ? ਕਿਉਂਕਿ ਘਾਹ ਬਹੁਤ ਵੱਡਾ ਹੋ ਗਿਆ ਸੀ, ਜਿਸ ਕਰਕੇ ਜਿਹੜਾ ਪ੍ਰੋਫੈਸਰ ਸੀ ਸਰ ਸੀ ਮੋਹਨ ਲਾਲ, ਉਸਨੂੰ ਇਹ ਡਰ ਸੀਗਾ ਕਿ ਘਾਹ ਵੱਡਾ ਹੋ ਗਿਆ ਹੈ ਤੇ ਇੱਥੇ ਕੋਈ ਵੀ ਜੀਵ ਜੰਤੂ ਅੰਦਰ ਆ ਸਕਦਾ ਹੈ। ਪਲਾਂ ਛਿਨਾਂ ਵਿੱਚ ਹੀ ਜਮਾਤ ਵਿੱਚ ਹਾਹਾਕਾਰ ਮਚ ਗਈ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਭੱਜਣ ਲੱਗੇ। ਉਹ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ। ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਨਾਲ ਬੈਂਚ ਤੇ ਬੈਠੀ ਹੋਈ ਸੀ। ਪੂਜਾ ਨੇ ਉਸਨੂੰ ਫਟਾਫਟ ਬਾਹਰ ਨਿਕਲਣ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਉਸ ਲਈ ਬਹੁਤ ਔਖਾ ਸੀ, ਕਿਉਂਕਿ ਉਸਦੇ ਪੈਰ ਖਰਾਬ ਸਨ, ਲੱਤਾਂ ਉਸਦੀਆਂ ਨਕਾਰਾਂ ਸਨ। ਉਹ ਭੱਜ ਕੇ ਬਾਹਰ ਨਹੀਂ ਨਿਕਲ ਰਜਨੀ ਨੇ ਵੇਖਿਆ ਕਿ ਸੱਪ 3 ਫੁੱਟ ਤੋਂ ਵੀ ਕੁਝ ਵੱਡਾ ਸੀ। ਵਿਦਿਆਰਥੀਆਂ ਦੀ ਹਾਲ ਦੁਆਈ ਨਾਲ ਸੱਪ ਵੀ ਘਾਬਰ ਗਿਆ। ਕਮਰੇ ਦਾ ਫਰਸ਼ ਪੱਕਾ ਸੀ, ਇਸ ਲਈ ਸੱਪ ਆਪਣੇ ਛੁਪਣ ਲਈ ਕੋਈ ਖੁੱਡ ਵਗੈਰਾ ਲੱਭਣ ਲਈ ਇੱਧਰ ਉੱਧਰ ਦੌੜਨ ਲੱਗਾ। ਕਿਉਂਕਿ ਜਿਵੇਂ ਸ਼ੋਰ ਪਿਆ ਤਾਂ ਸੱਪ ਵੀ ਘਾਬਰ ਗਿਆ। ਰਜਨੀ ਨੇ ਫੌਰਨ ਦਿਮਾਗ ਤੋਂ ਕੰਮ ਲਿਆ। ਉਸਨੇ ਆਪਣਾ ਤੇ ਪੂਜਾ ਦਾ ਬੈਗ ਉਲਟਾ ਦਿੱਤਾ। ਦੋਵੇਂ ਬੈਗ ਖਾਲੀ ਕਰਕੇ ਥੋੜ੍ਹੇ ਅੰਤਰ ਨਾਲ ਆਪਣੇ ਨੇੜੇ ਹੀ ਫਰਸ਼ ਤੇ ਸੁੱਟ ਦਿੱਤੇ। ਰਜਨੀ ਦੀ ਵਿਉਂਤ ਕੰਮ ਕਰ ਗਈ। ਜਿਉਂ ਹੀ ਸੱਪ ਫਰਸ਼ ਤੇ ਪਏ ਇੱਕ ਖਾਲੀ ਬੈਗ ਵਿੱਚ ਜਾ ਵੜਿਆ ਤਾਂ ਰਜਨੀ ਨੇ ਫੁਰਤੀ ਨਾਲ ਬੈਂਚ ਉੱਤੇ ਉੱਠ ਕੇ ਦੋਵੇਂ ਹੱਥਾਂ ਨਾਲ ਬੈਗ ਦਾ ਮੂੰਹ ਬੰਦ ਕਰ ਦਿੱਤਾ। ਸੱਪ ਦੀ ਪੂਛ ਬੈਗ ਤੋਂ ਥੋੜ੍ਹੀ ਜਿਹੀ ਬਾਹਰ ਵਿਖਾਈ ਦੇ ਰਹੀ ਸੀ। ਰਜਨੀ ਬੈਗ ਛੱਡ ਕੇ ਬਾਹਰ ਦੌੜਾ। ਸੱਪ ਤੈਨੂੰ ਡੰਗ ਲਵੇਗਾ, ਬੈਗ ਛੱਡ ਦੇ। ਕਮਰੇ ਦੇ ਬਾਹਰ ਖੜੀ ਪੂਜਾ ਤੇ ਹੋਰ ਜਮਾਤੀ ਚੀਕ ਕੇ ਕਹਿ ਰਹੇ ਸਨ, ਪਰ ਰਜਨੀ ਨੇ ਬੈਗ ਦਾ ਮੂੰਹ ਘੁੱਟ ਕੇ ਬੰਦ ਕੀਤਾ ਹੋਇਆ ਸੀ ਜਾਂ ਪਕੜਿਆ ਹੋਇਆ ਸੀ। ਤਦ ਤੱਕ ਸਕੂਲ ਦਾ ਸੇਵਾਦਾਰ ਪ੍ਰਾਨਨਾਥ ਹੱਥ ਵਿੱਚ ਸੋਟੀ ਫੜੀ ਕਮਰੇ ਵਿੱਚ ਆਇਆ। ਜਦੋਂ ਉਸਨੇ ਰਜਨੀ ਨੂੰ ਅਜਿਹੀ ਹਾਲਤ ਵਿੱਚ ਵੇਖਿਆ ਤਾਂ ਉਹ ਦੰਗ ਰਹਿ ਗਿਆ। ਪ੍ਰਾਨਨਾਥ ਬੋਲਿਆ, ਕੁੜੀਏ, ਖਤਰਾ ਮੁੱਲ ਨਾ ਲੈ, ਇਹ ਬੈਗ ਛੱਡ ਦੇ, ਫਟਾਫਟ ਕਰ। ਇਸ ਨੂੰ ਬੈਗ ਵਿੱਚ ਹੀ ਬੈਂਚ ਤੇ ਜਾ ਚੜ੍ਹ, ਮੈਂ ਇਸ ਨੂੰ ਬੈਗ ਦੇ ਵਿੱਚ ਹੀ ਮਾਰ ਦਿਆਂਗਾ। ਛੇਤੀ ਕਰ, ਸੱਪ ਤੈਨੂੰ ਡੰਗ ਮਾਰ ਦੇਵੇਗਾ। ਅੰਕਲ ਜੀ, ਸੱਪ ਹੁਣ ਇਸ ਬੈਗ 'ਚੋਂ ਬਾਹਰ ਨਹੀਂ ਨਿਕਲ ਸਕਦਾ, ਕਿਉਂਕਿ ਮੈਂ ਬੜੀ ਮਜ਼ਬੂਤੀ ਨਾਲ ਇਸ ਨੂੰ ਬੈਗ ਦਾ ਮੂੰਹ ਬੰਦ ਕੀਤਾ ਹੋਇਆ ਹੈ। ਰਜਨੀ ਨੇ ਉੱਤਰ ਦਿੱਤਾ, ਸੱਪ ਬੈਗ ਵਿੱਚੋਂ ਫੁਕਾਰੇ ਮਾਰ ਰਿਹਾ ਸੀ, ਪਰ ਰਜਨੀ ਬਿਲਕੁਲ ਨਹੀਂ ਸੀ ਡਰ ਰਹੀ। ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਕੁਝ ਹੋਰ ਕਰਮਚਾਰੀ ਵੀ ਝਟਪਟ ਉੱਥੇ ਆ ਗਏ। ਚੌਕੀਦਾਰ ਨੇ ਆਖਿਆ, ਇਸ ਨੂੰ ਜਲਦੀ ਮਾਰ ਦਿਓ। ਹਾਂਜੀ ਬੱਚੇ, ਜਦੋਂ ਸੱਪ ਬਾਹਰ ਆ ਗਿਆ ਤਾਂ ਰਜਨੀ ਨੇ ਆਪਦਾ ਉਤਸ਼ਾਹ ਦਿਖਾਇਆ। ਜਿਹੜੇ ਜੋਸ਼ ਨਾਲ ਉਹ ਰਹਿੰਦੀ ਸੀ, ਉਸਨੇ ਆਪਣਾ ਜੋਸ਼ ਦਿਖਾਇਆ। ਪੂਰੀ ਕਲਾਸ ਡਰ ਦੇ ਮਾਰੇ ਚੀਕਾਂ ਮਾਰ ਕੇ ਬਾਹਰ ਨੂੰ ਭੱਜ ਗਈ, ਪਰ ਉਹ ਕੁੜੀ ਬਿਲਕੁਲ ਵੀ ਨਹੀਂ ਡਰੀ। ਉਸਨੇ ਵਿਉਂਤ ਲਾਈ। ਜਲਦੀ ਨਾਲ ਉਸਨੇ ਵਿਚਾਰ ਕੀਤਾ ਕਿ ਇਹਨੂੰ ਕਿਵੇਂ ਪਕੜਿਆ ਜਾ ਸਕਦਾ ਹੈ। ਉਹਨੇ ਦੋਨੋਂ ਬੈਗ ਖਾਲੀ ਕੀਤੇ ਤੇ ਧਰਤੀ ਤੇ ਉੱਤੇ ਸੁੱਟ ਦਿੱਤੇ। ਉਹ ਇੱਕ ਬੈਗ ਦੇ ਵਿੱਚ ਵੜ ਗਿਆ, ਕਿਉਂਕਿ ਉਹ ਵੀ ਇੱਧਰ ਉੱਧਰ ਘਾਬਰਿਆ ਪਿਆ ਸੀਗਾ, ਘੁੰਮ ਰਿਹਾ ਸੀ ਕਿਤੇ ਛੁਪਣ ਵਾਸਤੇ। ਤਾਂ ਉਹ ਬੈਗ ਦੇ ਵਿੱਚ ਵੜ ਗਿਆ ਤਾਂ ਰਜਨੀ ਨੇ ਬੈਗ ਦਾ ਮੂੰਹ ਨੂੰ ਘੁੱਟ ਕੇ ਬੰਦ ਕਰ ਲਿਆ। ਤਾਂ ਇੱਦਾਂ ਕਰਕੇ ਪ੍ਰਾਨਨਾਥ ਵੀ ਆ ਗਿਆ। ਉਸਨੇ ਵੀ ਕਿਹਾ ਕਿ ਰਜਨੀ, ਤੂੰ ਇਸ ਨੂੰ ਛੱਡ ਦੇ ਬੈਗ ਨੂੰ, ਮੈਂ ਆਪਣੇ ਆਪ ਸੰਭਾਲ ਲਾਂਗਾ। ਪਰ ਰਜਨੀ ਨੇ ਕਿਹਾ, ਨਹੀਂ, ਮੈਂ ਇਸ ਨੂੰ ਨਹੀਂ ਛੱਡਾਂਗੀ,
ਕਿਉਂਕਿ ਹੁਣ ਇਹ ਬੈਗ 'ਚੋਂ ਬਾਹਰ ਨਹੀਂ ਨਿਕਲ ਸਕਦਾ। ਇੰਨੀ ਦੇਰ ਦੇ ਵਿੱਚ ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਹੋਰ ਕਰਮਚਾਰੀ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਸਾਰਿਆਂ ਨੇ ਕੀ ਕਿਹਾ ਕਿ ਇਸ ਨੂੰ ਜਲਦੀ ਨਾਲ ਮਾਰ ਦਿਓ। ਇਹ ਗੱਲ ਸੁਣਦਿਆਂ ਸਾਰ ਹੀ ਰਜਨੀ ਬੋਲੀ, ਨਾ ਨਾ ਅੰਕਲ ਜੀ, ਇਸ ਨੂੰ ਨਾ ਮਾਰਨਾ ਪਲੀਜ਼, ਇਹ ਮੇਰੀ ਪਕੜ ਵਿੱਚੋਂ ਬਾਹਰ ਨਹੀਂ ਆ ਸਕਦਾ ਤੇ ਨਾ ਹੀ ਹੁਣ ਇਹ ਕਿਸੇ ਦਾ ਨੁਕਸਾਨ ਕਰ ਸਕਦਾ ਹੈ। ਇਸ ਨੂੰ ਚਿੜੀਆ ਘਰ ਵਾਲਿਆਂ ਨੂੰ ਦਿੱਤਾ ਜਾਵੇ ਤਾਂ ਬੜਾ ਚੰਗਾ ਹੋਵੇਗਾ। ਉਹ ਬੱਚੀ ਰਜਨੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਸਿਆਣੀ ਵੀ ਸੀ। ਉਹ ਜੀਵ ਜੰਤੂ ਨੂੰ ਮਾਰ ਕੇ ਖੁਸ਼ ਨਹੀਂ ਸੀ। ਉਸਨੇ ਇਹ ਕਿਹਾ ਕਿ ਸੱਪ ਨੂੰ ਮਾਰਨਾ ਨਹੀਂ, ਇਸ ਨੂੰ ਚਿੜੀਆ ਘਰ ਦੇ ਵਾਲਿਆਂ ਨੂੰ ਦਿੱਤਾ ਜਾਵੇ ਤਾਂ ਬੜਾ ਚੰਗਾ ਹੋਏਗਾ। ਵਾਹ ਰਜਨੀ, ਤੂੰ ਤਾਂ ਸਿਆਣਿਆਂ ਵਾਲੀ ਗੱਲ ਕਰ ਰਹੀ ਹੈ, ਪ੍ਰਿੰਸੀਪਲ ਸਾਹਿਬ ਨੇ ਆਖਿਆ। ਪ੍ਰਾਣਨਾਥ ਨੇ ਰਜਨੀ ਕੋਲੋਂ ਬੜੀ ਸਾਵਧਾਨੀ ਨਾਲ ਬੈਗ ਫੜ ਲਿਆ ਤੇ ਫਿਰ ਉਸ ਬੈਗ ਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿੱਤਾ। ਸਾਇੰਸ ਵਾਲੇ ਅਧਿਆਪਕ ਬੋਲੇ, ਰਜਨੀ ਠੀਕ ਕਹਿ ਰਹੀ ਹੈ ਸਰ, ਇਸ ਨੂੰ ਚਿੜੀਆ ਘਰ ਦੇ ਵਿੱਚ ਹੀ ਦੇ ਦਿੱਤਾ ਜਾਵੇ। ਪ੍ਰਾਣਨਾਥ ਤੇ 1-2 ਹੋਰ ਆਦਮੀ ਸੱਪ ਨੂੰ ਚਿੜੀਆ ਘਰ ਦੇ ਵਿੱਚ ਸੌਂਪਣ ਲਈ ਚਲੇ ਗਏ। ਚਿੜੀਆ ਘਰ ਦੇ ਵੱਡੇ ਅਫਸਰ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਆਖਣ ਲੱਗਾ, ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਇੱਕ ਸੱਪ ਨੂੰ ਇੱਕ ਅਜਿਹੀ ਬਹਾਦਰ ਕੁੜੀ ਨੇ ਕਾਬੂ ਕੀਤਾ ਹੈ ਜਿਹੜੀ ਪੋਲੀਓ ਦੀ ਸ਼ਿਕਾਰ ਹੈ। ਦੂਜੀ ਵੱਡੀ ਗੱਲ ਇਹ ਕਿ ਉਸਦੇ ਮਨ ਵਿੱਚ ਜੀਵ ਜੰਤੂਆਂ ਪ੍ਰਤੀ ਬਹੁਤ ਸਨੇਹ ਹੈ। ਉਹ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ, ਸਗੋਂ ਇਹ ਖਤਰਾ ਮਹਿਸੂਸ ਕਰਨ ਵੇਲੇ ਵੀ ਵਿਅਕਤੀ ਨੂੰ ਆਪਣੇ ਬਚਾਓ ਵਾਸਤੇ ਡੰਗ ਮਾਰਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਸ ਦੇ ਜ਼ਹਿਰ ਤੋਂ ਕਈ ਲਾਭਦਾਇਕ ਦਵਾਈਆਂ ਵੀ ਬਣਦੀਆਂ ਨੇ। ਹਾਂਜੀ ਬੱਚੇ, ਹੁਣ ਇੱਥੇ ਕੀ ਗੱਲ ਦੱਸੀ ਗਈ ਹੈ ਕਿ ਜਿਹੜਾ ਉਹਦਾ ਅਫਸਰ ਸੀਗਾ ਚਿੜੀਆ ਘਰ ਦਾ, ਉਹ ਵੀ ਬਹੁਤ ਖੁਸ਼ ਹੋਇਆ ਕਿ ਕਿੰਨੀ ਬਹਾਦਰ ਕੁੜੀ ਹੈ ਜਿਸ ਨੇ, ਨਾਲੇ ਉਹ ਪੋਲੀਓ ਦੀ ਸ਼ਿਕਾਰ ਹੈ, ਜਿਸ ਨੇ ਕਿ ਸੱਪ ਨੂੰ ਪਕੜਿਆ ਹੈ ਤੇ ਨਾਲੇ ਉਸ ਦਾ ਮਨ ਵੀ ਜੀਵ ਜੰਤੂਆਂ ਦੇ ਪ੍ਰਤੀ ਉਸ ਨੂੰ ਸਨੇਹ ਹੈ। ਰਜਨੀ ਦਾ ਨਾਮ ਲੈ ਰਿਹਾ ਉਹ, ਕਿਉਂਕਿ ਉਹ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ ਹੈ। ਉਹ ਜੇ ਕਿਸੇ ਵਿਅਕਤੀ ਨੂੰ ਡੰਕ ਮਾਰਦਾ ਹੈ ਤਾਂ ਸਿਰਫ ਆਪਣੇ ਬਚਾਓ ਵਾਸਤੇ, ਉਹ ਆਪਦੇ ਆਪ ਨੂੰ ਬਚਾਉਣ ਵਾਸਤੇ ਡੰਗ ਮਾਰਦਾ ਹੈ। ਤੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਇਹਦਾ ਜ਼ਹਿਰ ਹੈ, ਇਹਦੇ ਜ਼ਹਿਰ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣਦੀਆਂ ਹਨ। ਸਕੂਲ ਦਾ ਸਾਲਾਨਾ ਸਮਾਰੋਹ ਹੋਇਆ। ਰਜਨੀ ਨੂੰ ਬਹਾਦਰੀ ਦਾ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲ ਆਏ ਤੇ ਸਾਰਿਆਂ ਨੂੰ ਸੰਬੋਧਨ ਕਰਦੇ ਆਖਣ ਲੱਗੇ, ਇਹ ਬਹਾਦਰ ਲੜਕੀ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ, ਜੋ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਕਿਸੇ ਕੋਲ ਘੱਟ ਨਹੀਂ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ। ਹਾਂਜੀ ਬੱਚੋ, ਸਕੂਲ ਦਾ ਸਾਲਾਨਾ ਸਮਾਰੋਹ ਹੋਇਆ। ਰਜਨੀ ਨੂੰ ਬਹਾਦਰੀ ਦਾ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲ ਆਏ ਤੇ ਸਾਰਿਆਂ ਨੂੰ ਸੰਬੋਧਨ ਕਰਦੇ ਆਖਣ ਲੱਗੇ ਕਿ ਇਹ ਬਹਾਦਰ ਲੜਕੀ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ, ਜੋ ਆਪਣੀ ਸਰੀਰਕ ਅਰੋਗਤਾ ਦੇ ਬਾਵਜੂਦ ਵੀ ਕਿਸੇ ਕੋਲੋਂ ਘੱਟ ਨਹੀਂ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰਾਂਗਾ, ਕਿਉਂਕਿ ਇਸ ਨੇ ਆਪਣੀ ਹਾਜ਼ਰ ਦਿਮਾਗੀ ਨਾਲ ਨਾ ਕੇਵਲ ਆਪਣੇ ਜਮਾਤੀਆਂ ਨੂੰ ਖਤਰੇ ਤੋਂ ਬਚਾਇਆ, ਸਗੋਂ ਬੜੀ ਬਹਾਦਰੀ ਨਾਲ ਸੱਪ ਕਾਬੂ ਕਰਕੇ ਸਾਡੇ ਤੱਕ ਪਹੁੰਚਾਉਣ ਵਿੱਚ ਵੀ ਮਦਦ ਕੀਤੀ ਹੈ। ਇਹਦੇ ਵਿੱਚ ਇਹਦਾ ਪੂਰਾ ਲੈਸਨ ਦਾ ਨਾਮ ਆ ਰਿਹਾ ਹੈ ਕਿ ਇਹ ਕਿਸੇ ਤੋਂ ਘੱਟ ਨਹੀਂ ਹੈ, ਸਰੀਰਕ ਅਪੰਗਤਾ ਹੋਣ ਦੇ ਬਾਵਜੂਦ ਵੀ। ਇਨਾਮ ਲੈਣ ਲਈ ਰਜਨੀ ਬੋਲੀ, ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਰਜਨੀ ਨੇ ਵੇਖਿਆ ਕਿ ਉਸ ਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਨੇ, ਰਜਨੀ ਜਿੰਦਾਬਾਦ, ਰਜਨੀ ਜਿੰਦਾਬਾਦ। ਇੰਨੇ ਨੂੰ ਆਪਣੇ ਜਮਾਤੀਆਂ ਵਿੱਚ ਘੇਰੀ ਰਜਨੀ ਕੋਲ ਉਸਦੇ ਮੰਮੀ ਪਾਪਾ ਆਏ। ਉਹਨਾਂ ਕੋਲ ਆ ਕੇ ਰਜਨੀ ਨੂੰ ਗਲਵਕੜੀ ਵਿੱਚ ਲੈ ਲਿਆ। ਰਜਨੀ ਨੂੰ ਜਾਪਿਆ ਜਿਵੇਂ ਉਸ ਦੀਆਂ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਤੇ ਉਸ ਦੀ ਤਾਕਤ ਵੀ ਦੁੱਗਣੀ ਹੋ ਗਈ ਹੋਵੇ। ਹਾਂਜੀ ਬੱਚੇ, ਇਸ ਪੂਰੇ ਚੈਪਟਰ ਦੇ ਵਿੱਚ ਬਹੁਤ ਸੋਹਣਾ ਚੈਪਟਰ ਬਣਾਇਆ ਹੈ ਦਰਸ਼ਨ ਸਿੰਘ ਆਸ਼ਟ ਨੇ। ਮੈਂ ਕਿਸੇ ਤੋਂ ਘੱਟ ਨਹੀਂ, ਇਹ ਕਹਾਣੀ ਬਾਰੇ ਬਹੁਤ ਸੋਹਣਾ ਲਿਖਿਆ ਹੈ। ਤੁਸੀਂ ਬੱਚੇ ਸਾਰੇ ਇਸ ਦੇ ਜਿਹੜੇ ਸ਼ੋਰਟ ਕੁਐਸਚਨ ਆਨਸਰਸ ਹੈ, ਅਭਿਆਸ ਲਈ ਪ੍ਰਸ਼ਨ ਉੱਤਰ ਤੇ ਟਿੱਪਣੀ
ਜਿਹਨੂੰ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਟਿੱਪਣੀ ਤੇ ਇਹ ਸ਼ੋਰਟ ਕੁਐਸਚਨ ਆਨਸਰਸ, ਇਹ ਤੁਸੀਂ ਆਪਦੀ ਨੋਟਬੁੱਕ ਤੇ ਫੇਰ ਰਜਿਸਟਰ ਤੇ ਫੇਰ ਕਰ ਲੈਣਾ ਇਹਨੂੰ, ਬਹੁਤ ਸੋਹਣੀ ਤੇ ਨੀਟ ਐਂਡ ਕਲੀਨ ਰਾਈਟਿੰਗ ਦੇ ਅੰਦਰ। ਹਾਂਜੀ ਬੱਚੇ, ਇਹਦੇ ਨਾਲ ਨਾਲ ਹੀ ਤੁਹਾਡਾ ਸਿਲੇਬਸ ਕੰਪਲੀਟ ਵੀ ਹੋ ਜਾਏਗਾ, ਨਾਲੇ ਤੁਹਾਡੀ ਨੋਟਬੁੱਕ ਵੀ ਰੈਡੀ ਹੋ ਜਾਏਗੀ। ਧੰਨਵਾਦ।